ਦੋਸਤੋ ਵੈਲਕਮ ਬੈਕ ਜੀ ਆਇਆਂ ਨੂੰ ਪ੍ਰੋਗਰਾਮ ਗੀਤ ਬਾਹਰ ਲੈ ਕੇ ਮੈਂ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦੇ ਰੂਬਰੂ। ਅਸੀਂ ਗੱਲ ਕਰਾਂਗੇ ਅੱਜ ਇੱਕ ਇਹੋ ਜਿਹੀ ਪਰਸਨੈਲਿਟੀ ਨਾਲ ਜੋ ਨਾ ਸਿਰਫ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਦਾ ਹੁਨਰ ਰੱਖਦੇ ਹੈ, ਅਸੀਂ ਜੋ ਵੀ ਸੁਪਨੇ ਦੇਖਦੇ ਹਾਂ ਉਹਨਾਂ ਨੂੰ ਉਡਾਨ ਭਰਨ 'ਚ ਸਾਡੀ ਮਦਦ ਵੀ ਕਰਦੇ ਹੈ। ਸੋ ਗੱਲਬਾਤ ਕਰਦੇ ਹਾਂ ਜੀ ਇੱਕ ਇਹੋ ਜਿਹੀ ਪਰਸਨੈਲਿਟੀ, ਸਟਰੋਂਗ ਪਰਸਨੈਲਿਟੀ ਦੇ ਨਾਲ ਜੋ ਇੱਥੇ ਰਹਿ ਕੇ ਵੀ ਸਾਡੇ ਸੁਪਨਿਆਂ ਨੂੰ ਹੁੰਗਾਰਾ ਭਰਦੇ ਨੇ। ਸੋ ਮੈਂ ਸਵਾਗਤ ਕਰਦੀ ਹਾਂ ਮਿਸਟਰ ਵਿਨਾਇਕ ਸ਼ਰਮਾ ਜੀ ਦਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਥੈਂਕ ਯੂ ਸੋ ਮਚ ਮਨੀਸ਼ਾ, ਬਹੁਤ-ਬਹੁਤ ਧੰਨਵਾਦ ਤੁਹਾਡਾ। ਜੀ ਸੋ ਸਰ ਬਹੁਤ-ਬਹੁਤ ਪਹਿਲਾਂ ਤਾਂ ਵੈਲਕਮ ਹੈ ਤੁਹਾਡਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਥੈਂਕ ਯੂ ਸੋ ਮਚ। ਜੀ ਸੋ ਕੀ ਹਾਲ ਚਾਲ ਹੈ ਜੀ ਤੁਹਾਡਾ? ਸਭ ਠੀਕ ਠਾਕ ਹੈ ਜੀ, ਥੈਂਕ ਯੂ, ਰੱਬ ਦੀ ਮਿਹਰ ਹੈ ਐਂਡ ਆਮ ਸੋ ਗਲੈਡ ਕਿ ਮੈਂ ਤੁਹਾਡੇ ਨਾਲ ਜੁਆਇਨ ਕੀਤਾ ਅੱਜ ਗੀਤ ਬਹਾਰ ਪ੍ਰੋਗਰਾਮ। ਬਹੁਤ-ਬਹੁਤ ਸ਼ੁਕਰੀਆ ਜੀ। ਸੋ ਵਿਨਾਇਕ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਕਹਿੰਦੇ ਹੁੰਦੇ ਆ ਨਾ ਕਿ ਕਿਤੋਂ ਨਾ ਕਿਤੋਂ ਸ਼ੁਰੂਆਤ ਜਿਹੜੀ ਹੈ ਉਹ ਕਰਨੀ ਪੈਂਦੀ ਹੈ। ਸੋ ਤੁਸੀਂ ਸ਼ੁਰੂਆਤ ਕਿਵੇਂ ਕੀਤੀ? ਸੋ ਮੈਂ ਮਨੀਸ਼ਾ ਬੇਸਿਕਲੀ ਸਟੱਡੀ ਅਬਰੋਡ ਫੀਲਡ ਵਿੱਚ ਕਾਫੀ ਸਾਲ ਪਹਿਲਾਂ ਆਇਆ ਸੀ ਐਂਡ ਇਸੇ ਮਕਸਦ ਨਾਲ ਆਇਆ ਸੀ ਜੋ ਤੁਸੀਂ ਜਿਵੇਂ ਕਿ ਕਿਹਾ, ਸਟੂਡੈਂਟਸ ਦੀ ਹੈਲਪ ਕਰਨ ਲਈ ਔਰ ਉਹਨਾਂ ਨੂੰ ਓਨੈਸਟ ਗਾਈਡੈਂਸ ਮਿਲੇ। ਬਿਕਾਜ਼ ਇੱਕ ਸਟੂਡੈਂਟ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ ਜਦੋਂ ਆਪਣਾ ਸ਼ਹਿਰ ਛੱਡ ਕੇ, ਆਪਣਾ ਦੇਸ਼ ਛੱਡ ਕੇ 7 ਸਮੁੰਦਰ ਪਾਰ ਕੈਨੇਡਾ ਵਰਗੀ ਧਰਤੀ ਤੇ ਪਹੁੰਚਦਾ ਹੈ ਜਿੱਥੇ ਉਹਦਾ ਸ਼ਾਇਦ ਕੋਈ ਕੰਟੈਕਟ ਨਾ ਹੋਵੇ। ਸੋ ਉਹਨੂੰ ਓਨੈਸਟ ਓਪੀਨੀਅਨ ਔਰ ਸਹੀ ਗਾਈਡੈਂਸ ਮਿਲਣਾ ਬਹੁਤ ਜ਼ਰੂਰੀ ਹੈ। ਐਸੇ ਸੋਚ ਦੇ ਨਾਲ ਮੈਂ ਇਸ ਫੀਲਡ 'ਚ ਆਇਆ ਸੀ ਔਰ ਐਸੇ ਸੋਚ ਦੇ ਨਾਲ ਅਸੀਂ ਅੱਗੇ ਵਧਦੇ ਜਾ ਰਹੇ ਹਾਂ। ਸਾਡੀ ਟੀਮ ਇਨਕਰੀਜ਼ ਹੁੰਦੀ ਜਾ ਰਹੀ ਹੈ ਔਰ ਅਸੀਂ ਸਟੂਡੈਂਟਸ ਦੀ ਦਿਨ ਬ ਦਿਨ ਹੈਲਪ ਕਰਦੇ ਜਾ ਰਹੇ ਹਾਂ ਜੀ। ਸੋ ਬੇਸਿਕਲੀ ਜਿਹੜੇ ਬਾਹਰ ਜਾਂਦੇ ਆ ਉਹਨਾਂ ਦੇ ਸੁਪਨਿਆਂ ਨੂੰ ਹੌਸਲਿਆਂ ਦੀ ਉਡਾਨ ਦਿੰਦੇ ਹੋ ਤੁਸੀਂ। ਤੇ ਜੇਕਰ ਮੈਂ ਕਹਾਂ ਕਿ ਇਮੀਗ੍ਰੇਸ਼ਨ ਨਾਲ ਆਪਣੇ ਆਪ ਨੂੰ ਕਿੰਨਾ ਕੁ ਰਿਲੇਟ ਕਰਦੇ ਹੋ? ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਫੀਲਡ ਹੈ ਜੀ ਐਂਡ ਵੀ ਬੇਸਿਕਲੀ ਅਸੀਂ ਜੇ ਮੈਂ ਗੱਲ ਕਰਾਂ ਤੇ ਅਸੀਂ ਸਟੱਡੀ ਅਬਰੋਡ ਵਿੱਚ ਸਟੂਡੈਂਟਸ ਦੀ ਹੈਲਪ ਕਰਦੇ ਹਾਂ, ਉਹਨਾਂ ਨੂੰ ਡਾਇਰੈਕਟਲੀ ਇੰਸਟੀਟਿਊਸ਼ਨਸ ਨਾਲ ਮਿਲਾਣਾ। ਮੈਂ ਇੱਕ ਬੇਸਿਕਲੀ ਕੰਪਨੀ ਨੂੰ ਰਿਪਰੈਜ਼ੈਂਟ ਕਰਦਾ ਜਿਹਦਾ ਨਾਮ ਹੈ ਵਨ ਪਲੇਸ। ਔਰ ਵਨ ਪਲੇਸ ਕੰਪਨੀ ਜਿਹੜੀ ਹੈ ਉਹ ਡਾਇਰੈਕਟਲੀ ਸਟੂਡੈਂਟਸ ਨੂੰ ਇੰਸਟੀਟਿਊਸ਼ਨਸ, ਉੱਥੇ ਦੀਆਂ ਕਾਲਜਸ, ਯੂਨੀਵਰਸਿਟੀਜ਼ ਦੇ ਨਾਲ ਜੋੜਦੀ ਹੈ, ਉਹਨਾਂ ਨੂੰ ਮਿਲਾਉਂਦੀ ਹੈ। ਕੋਈ ਵੀ ਏਜੰਟ ਵਿੱਚ ਇਨਵੋਲਵ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਟ੍ਰਾਂਸਪੇਰੈਂਟਲੀ ਸਟੂਡੈਂਟ ਆਪਣੇ ਐਪਲੀਕੇਸ਼ਨ ਨੂੰ ਫੋਰਗੋ ਕਰ ਸਕਦੇ ਹੈ, ਚਾਹੇ ਉਹ ਆਫਰ ਲੈਟਰ ਲੈਣਾ ਹੋਵੇ ਜਾਂ ਉੱਥੇ ਫੀਸ ਡਿਪੋਜ਼ਿਟ ਡਾਇਰੈਕਟਲੀ ਕਾਲਜ ਦੇ ਅਕਾਊਂਟ ਵਿੱਚ ਕਰਨੀ ਹੋਵੇ। ਸੋ ਇਹ ਸਾਰੀ ਸਟੂਡੈਂਟਸ ਦੀ ਹੈਲਪ ਸਾਡੀ ਕੰਪਨੀ ਕਰਦੀ ਹੈ ਔਰ ਅਸੀਂ ਵੀ ਆਰ ਨਾਟ ਇਮੀਗ੍ਰੇਸ਼ਨ ਏਜੰਟਸ, ਵੀ ਆਰ ਜਸਟ ਅ ਬੋਡੀ ਫॉर ਸਟੂਡੈਂਟਸ ਹੂ ਇਜ਼ ਹੈਲਪਿੰਗ them to achieve their dreams abroad. So directly ਜੇ ਸਟੂਡੈਂਟਸ ਉੱਥੇ ਦੀਆਂ ਕਾਲਜਸ, ਯੂਨੀਵਰਸਿਟੀਜ਼ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹ ਸਾਡੇ ਥਰੂ ਅਪਲਾਈ ਕਰ ਸਕਦੇ ਨੇ ਥਰੂ ਵਨ ਪਲੇਸ। ਜੀ ਸੋ ਕਹਿੰਦੇ ਹੁੰਦੇ ਨਾ ਕਿ ਜਦੋਂ ਤੁਹਾਡੀ ਕੰਪਨੀ ਹੈ ਜਿਹੜੀ ਵਨ ਪਲੇਸ, ਸੋ ਇਦਾਂ ਦੀ ਫੀਲ ਆਉਂਦੀ ਹੈ ਕਿਸੇ ਨੂੰ ਜਦੋਂ ਕੋਈ ਵਨ ਪਲੇਸ ਦਾ ਨਾਮ ਸੁਣਦਾ ਹੈ ਕਿ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਬਸ ਵਨ ਪਲੇਸ ਤੋਂ ਹੀ ਸਾਰਾ ਕੁਝ ਮਿਲ ਜਾਏਗਾ ਜਾਂ ਸਭ ਕੁਝ ਇੱਥੇ ਹੀ ਹੋ ਜਾਏਗਾ। ਤੁਸੀਂ ਬਿਲਕੁਲ ਸਹੀ ਇੰਟਰਪ੍ਰੀਟ ਕੀਤਾ ਮਨੀਸ਼ਾ। ਵੈਸੇ ਵਨ ਪਲੇਸ ਦਾ ਮਕਸਦ ਇਹੀ ਸੀ ਕਿ ਸਟੂਡੈਂਟ ਨੂੰ ਸ਼ੁਰੂ ਤੋਂ ਲੈ ਕੇ ਰਾਈਟ ਫਰਮ ਦੀ ਇਨਸੈਪਸ਼ਨ ਆਫ ਦੀ ਆਈਡੀਆ, ਜਦ ਇੱਕ ਸਟੂਡੈਂਟ ਨੇ ਸੋਚਿਆ ਕਿ ਉਹਨੇ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਕਰਨੀ ਹੈ, ਉੱਥੋਂ ਤੋਂ ਲੈ ਕੇ ਉਹਦੀ PR ਤੱਕ with job opportunities. So I'll actually tell you the entire process. ਜਦ ਸਟੂਡੈਂਟ ਸੋਚਦਾ ਹੈ ਕੈਨੇਡਾ ਜਾਣ ਬਾਰੇ, ਉਹਨੂੰ IELTS ਕਰਕੇ ਆਫਰ ਲੈਟਰ ਅਪਲਾਈ ਕਰਨਾ ਪੈਂਦਾ। ਆਫਰ ਲੈਟਰ ਅਪਲਾਈ ਕਰਨ ਤੋਂ ਬਾਅਦ ਸਟੂਡੈਂਟ ਦੀ ਆਫਰ ਐਕਸੈਪਟ ਹੁੰਦੀ ਹੈ ਔਰ ਉਹ ਫੀਸ ਡਿਪੋਜ਼ਿਟ ਕਰਦੇ ਨੇ ਉੱਥੇ ਦੀ ਕਾਲਜ, ਯੂਨੀਵਰਸਿਟੀ 'ਚ। ਉਸ ਤੋਂ ਬਾਅਦ ਉਹਨਾਂ ਨੂੰ ਇੱਕ ਅਸੈਪਟੈਂਸ ਲੈਟਰ ਮਿਲਦਾ, ਉਹਦੇ ਬੇਸ ਤੇ ਵੀਜ਼ਾ ਅਪਲਾਈ ਕਰਦਾ ਸਟੂਡੈਂਟ ਔਰ ਕੈਨੇਡਾ ਪਹੁੰਚ ਜਾਂਦਾ। ਰਾਈਟ, ਸਾਰੇ ਸਟੈਪਸ 'ਚ ਸਟੂਡੈਂਟ ਦੀ ਹੈਲਪ ਕਰ ਰਿਹਾ ਵਨ ਪਲੇਸ। ਉਸ ਤੋਂ ਬਾਅਦ ਜਦ ਸਟੂਡੈਂਟ ਨੇ ਕੰਪਲੀਟ ਕਰ ਲਿਆ ਆਪਣੀ ਪੜ੍ਹਾਈ ਉੱਥੇ ਕੈਨੇਡਾ 'ਚ, ਉਸ ਤੋਂ ਬਾਅਦ ਉਹਨੂੰ ਜੌਬ ਲਵਾ ਕੇ ਦੇਣਾ ਵੀ ਵਨ ਪਲੇਸ ਦੀ ਹੀ ਰਿਸਪੌਂਸਿਬਿਲਿਟੀ ਹੈ। ਐਂਡ ਵੈਨ ਦੇ ਗੈਟ ਪੁਆਇੰਟਸ ਫॉर PR, ਜਦ ਉਹਨਾਂ ਦੇ ਪੁਆਇੰਟਸ ਪੂਰੇ ਹੋ ਗਏ ਤਾਂ ਉਹਨਾਂ ਦੀ PR 'ਚ ਵੀ ਮਦਦ ਕਰਾਂਗੇ ਅਸੀਂ। ਸੋ ਐਵਰੀਥਿੰਗ ਇਜ਼ ਦੇਅਰ ਐਟ ਵਨ ਪਲੇਸ। ਤੁਸੀਂ ਬਿਲਕੁਲ ਸਹੀ ਇੰਟਰਪ੍ਰੀਟ ਕੀਤਾ ਕਿ ਸਾਰੀ ਸੁਵਿਧਾਵਾਂ, ਸਾਰੀ ਸਰਵਿਸਿਜ਼ ਸਟੂਡੈਂਟ ਨੂੰ ਇੱਕੋ ਜਗ੍ਹਾ ਮਿਲ ਜਾਣੀਆਂ। ਦੈਟ ਇਜ਼ ਵਾਈ ਵਨ ਪਲੇਸ। ਜੀ, ਕਿਉਂਕਿ ਅਕਸਰ ਸਾਡੇ ਨਾਲ ਏਦਾਂ ਹੁੰਦਾ ਨਾ ਕਿ ਅਸੀਂ ਸੋਚਦੇ ਹਾਂ ਕਿ ਅੱਛਾ ਪਹਿਲਾਂ ਸਾਨੂੰ ਇੱਧਰ ਵੀ ਜਾਣਾ ਪਏਗਾ, ਫਿਰ ਉੱਧਰ ਵੀ ਜਾਣਾ ਪਏਗਾ, ਕਿ ਸਾਡਾ ਇੱਕ ਤਾਂ ਮਨੀ ਦਾ ਵੀ ਖਰਚਾ ਹੋ ਜਾਂਦਾ ਹੈਗਾ ਬਹੁਤ ਜ਼ਿਆਦਾ, ਤੇ ਜਿਹੜੀ ਦਿਮਾਗੀ ਪ੍ਰੋਬਲਮ, ਸਟ੍ਰੈਸ ਰਹਿੰਦੀ ਹੈਗੀ ਉਹ ਵੀ ਵੱਧ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਔਰ ਮੈਂ ਇਸ ਚੀਜ਼ ਨਾਲ ਬਖੂਬੀ ਕਨੈਕਟ ਕਰਦਾ ਬਿਕਾਜ਼ ਮੈਂ ਮਤਲਬ ਨਾ ਕਰਦੇ ਰੋਜ਼ ਹੀ ਪਿਛਲੇ 4-5 ਸਾਲਾਂ ਤੋਂ ਸਟੂਡੈਂਟਸ ਨੂੰ ਮਿਲ ਰਿਹਾ, ਉਹਨਾਂ ਦੇ ਪੇਰੈਂਟਸ ਨੂੰ ਮਿਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੇਰੈਂਟਸ ਦਾ ਟਰਸਟ ਫੈਕਟਰ ਹੈ ਜਿਹੜਾ ਉਹਨੂੰ ਮੇਨਟੇਨ ਰੱਖਣਾ ਬੜਾ ਜ਼ਰੂਰੀ ਹੈ।
ਬਿਕਾਜ਼ ਇੱਕ ਪੇਰੈਂਟ ਜਿਨੇ ਆਪਣੀ ਜਮਾ ਪੂੰਜੀ ਆਪਣੇ ਬੱਚੇ ਨੂੰ ਬਾਹਰ ਭੇਜਣ ਤੇ ਲਾਤੀ, ਉਹਨੂੰ ਸਹੀ ਉੱਥੇ ਦੀ ਪਿਕਚਰ ਦਿਖਾਣਾ ਬਹੁਤ ਬਹੁਤ ਜ਼ਰੂਰੀ ਹੈ, ਬਿਕਾਜ਼ ਬਹੁਤ ਸਾਰੇ ਲੋਕ ਮਿਸਗਾਈਡ ਹੋ ਜਾਂਦੇ ਨੇ ਔਰ ਉਹਦੇ ਕਰਕੇ ਇਟ ਇਜ਼ ਐਕਚੁਅਲੀ ਵੈਰੀ ਸਟ੍ਰੈਸਫੁਲ। ਤੁਸੀਂ ਬਿਲਕੁਲ ਸਹੀ ਆਖਿਆ ਕਿ ਸਟ੍ਰੈਸਫੁਲ ਹੋ ਜਾਂਦਾ ਹੈ ਜੀ। ਸੋ ਸਟ੍ਰੈਸਫੁਲ ਤਾਂ ਰਹਿੰਦਾ ਹੀ ਰਹਿੰਦਾ। ਸੋ ਅਕਸਰ ਨਾ ਸਾਡੇ ਮਨ ਵਿੱਚ ਇੱਕ ਐਦਾਂ ਦਾ ਖਿਆਲ ਵੀ ਆਉਂਦਾ ਹੁੰਦਾ ਹੈ ਕਿ ਕਹਿੰਦੇ ਨਾ ਕਿ ਆਰਗੇਨਾਈਜੇਸ਼ਨ ਜਿਹੜੀ ਹੈ ਬਾਹਰ ਦੀ ਹੈ ਤਾਂ ਅਸੀਂ ਇੰਡੀਆ 'ਚ ਬੈਠੇ ਹਾਂ, ਪਤਾ ਨਹੀਂ ਸਾਡਾ ਕੰਮ ਹੋਵੇਗਾ, ਤੇ ਅਕਸਰ ਮਨ 'ਚ ਡਾਊਟ ਜ਼ਰੂਰ ਰਹਿੰਦਾ। ਦੇਖੋ ਜੀ, ਕੈਨੇਡੀਅਨ ਆਰਗੇਨਾਈਜੇਸ਼ਨ ਹੋਣ ਦਾ ਸਭ ਤੋਂ ਵੱਡਾ ਫਾਇਦਾ ਵੈਸੇ ਸਟੂਡੈਂਟਸ ਨੂੰ ਇਹ ਹੈ ਕਿ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਲਾਇਰਸ ਨੇ ਉਹ ਸਟੂਡੈਂਟਸ ਦੀ ਐਪਲੀਕੇਸ਼ਨ ਨੂੰ ਹੈਂਡਲ ਕਰਨਗੇ ਔਰ ਉਹਨਾਂ ਨੂੰ ਐਕਸਪਰਟ ਗਾਈਡੈਂਸ ਮਿਲ ਰਹੀ ਹੈ ਉਹਨਾਂ ਇੰਡੀਵਿਜੂਅਲਸ ਤੋਂ ਜਿਹੜੇ ਆਲਰੇਡੀ ਕੈਨੇਡਾ 'ਚ ਇੰਨੇ ਸਾਲ ਤੋਂ ਹੈਗੇ ਨੇ ਜੀ। ਸੈਕੰਡਲੀ, ਸਾਡੀ ਟੀਮ ਜਿਹੜੀ ਇੰਡੀਆ 'ਚ ਬੈਠੀ ਹੈ, ਐਪਲੀਕੇਸ਼ਨਸ ਪ੍ਰੋਸੈਸ ਕਰ ਰਹੀ ਹੈ ਸਟੂਡੈਂਟਸ ਦੀਆਂ, ਉਹ ਸਟੂਡੈਂਟ ਨੂੰ ਕੰਪਲੀਟਲੀ ਸਪੋਰਟ ਕਰ ਰਹੀ ਹੈ ਜੀ। ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਟੂਡੈਂਟ ਇਸ ਕੇਸ ਵਿੱਚ ਡਾਇਰੈਕਟਲੀ ਇੰਸਟੀਟਿਊਸ਼ਨ ਦੇ ਟਾਈ ਅਪ ਵਿੱਚ ਆ ਰਿਹਾ ਜੀ। ਸਟੂਡੈਂਟ ਕਿਤੇ ਵੀ ਕੋਈ ਵੀ ਪੇਮੈਂਟ ਵਨ ਪਲੇਸ ਨੂੰ ਨਹੀਂ ਕਰ ਰਿਹਾ, ਉਹਨਾਂ ਦੀ ਚਾਹੇ ਐਪਲੀਕੇਸ਼ਨ ਫੀਸ ਹੋਵੇ ਚਾਹੇ ਉਹਨਾਂ ਦੀ ਟਿਊਸ਼ਨ ਫੀ ਹੋਵੇ, ਉਹਨਾਂ ਨੇ ਡਾਇਰੈਕਟਲੀ ਕਾਲਜ ਜਾਂ ਯੂਨੀਵਰਸਿਟੀ ਦੇ ਅਕਾਊਂਟ 'ਚ ਪਾਣੀ। ਜਦ ਮੇਰੇ ਵੱਲ ਸਟੂਡੈਂਟ ਦੀ ਕੋਈ ਦੇਣਦਾਰੀ ਨਹੀਂ ਹੈ ਤਾਂ ਆਈ ਡੋਂਟ ਥਿੰਕ ਦੈਟ ਦੇ ਸ਼ੁੱਡ ਹੈਵ ਐਨੀ ਇਸ਼ੂ। ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਣੀ ਚਾਹੀਦੀ ਹੈ ਜੇ ਸਾਡੇ ਤੇ ਟਰਸਟ ਕਰਨ 'ਚ, ਬਿਕਾਜ਼ ਐਕਸਪਰਟ ਗਾਈਡੈਂਸ ਉਹਨਾਂ ਨੂੰ ਮਿਲ ਰਹੀ ਹੈ, ਸਭ ਤੋਂ ਵੱਡੀ ਗੱਲ। ਐਂਡ ਵੀ ਆਰ ਅਵੇਲੇਬਲ, ਸਾਡੀ ਟੀਮ ਚੰਡੀਗੜ੍ਹ ਅਵੇਲੇਬਲ ਹੈ, ਵੀ ਆਰ ਅਵੇਲੇਬਲ ਇਨ ਅਦਰ ਪਾਰਟਸ ਆਫ ਪੰਜਾਬ ਐਂਡ ਅਦਰ ਪਾਰਟਸ ਆਫ ਇੰਡੀਆ ਆਲਸੋ। ਸੋ ਫਿਜ਼ੀਕਲੀ ਮਿਲਣਾ ਇਜ਼ ਨੈਵਰ ਅ ਪ੍ਰੋਬਲਮ। ਐਂਡ ਸਾਡੀ ਸਕਸੈਸ ਸਟੋਰੀਜ਼, ਜੇ ਆਪਾਂ ਲਾਸਟ ਸੈਪਟੈਂਬਰ ਇਨਟੇਕ ਦੀ ਗੱਲ ਕਰੀਏ ਜਾਂ ਕਮਿੰਗ ਜਨਵਰੀ ਇਨਟੇਕ ਦੀ ਗੱਲ ਕਰੀਏ, ਸਾਡੀ ਸਕਸੈਸ ਸਟੋਰੀਜ਼ ਸਾਡੇ ਬਾਰੇ ਬਹੁਤ ਕੁਝ ਦੱਸਦੀਆਂ ਨੇ ਜੀ। ਸੋ ਸਕਸੈਸ ਸਟੋਰੀਜ਼ ਦੀ ਤੁਸੀਂ ਇੱਥੇ ਗੱਲ ਕੀਤੀ ਹੈ ਤਾਂ ਕੋਈ ਕਹਿ ਜੀ ਸਕਸੈਸ ਸਟੋਰੀ ਸਾਡੇ ਨਾਲ ਵੀ ਸਾਂਝਾ ਜ਼ਰੂਰ ਕਰੋ। ਬਹੁਤ ਸਾਰੇ ਸਟੂਡੈਂਟਸ ਹੈ ਮਨੀਸ਼ਾ ਜਿਹੜੇ ਸੈਨਿਕਾ ਕਾਲਜ ਆਲਰੇਡੀ ਐਨਰੋਲ ਹੋ ਚੁੱਕੇ ਨੇ, ਦੇ ਹੈਵ ਫਲੋਨ ਟੂ ਕੈਨੇਡਾ ਆਫਟਰ ਦਿਸ ਟਰੈਵਲ ਬੈਨ ਵਾਸ ਲਿਫਟਡ। ਜਦ ਇਹ ਟਰੈਵਲ ਬੈਨ ਹਟਿਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਟੂਡੈਂਟਸ ਆਲਰੇਡੀ ਕੈਨੇਡਾ ਪਹੁੰਚ ਚੁੱਕੇ ਨੇ ਸੈਪਟੈਂਬਰ ਇਨਟੇਕ 'ਚ ਸੈਨਿਕਾ ਕਾਲਜ ਵਿੱਚ, ਔਰ ਜਨਵਰੀ 'ਚ ਵੀ ਬਹੁਤ ਸਾਰੇ ਸਟੂਡੈਂਟਸ ਆਲਰੇਡੀ ਜਾ ਰਹੇ ਨੇ ਜਿਨ੍ਹਾਂ ਦਾ ਵੀਜ਼ਾ ਅਪਲਾਈਡ ਹੈ ਜੀ। ਸੋ ਕਹਿੰਦੇ ਹੈਗੇ ਨਾ ਕਿ ਜਦੋਂ ਅਸੀਂ ਬਾਹਰ ਜਾਣ ਦੇ ਸੁਪਨੇ ਦੇਖ ਲੈਂਦੇ ਹਾਂ ਤਾਂ ਚਲੋ ਸੁਪਨੇ ਤਾਂ ਅਸੀਂ ਦੇਖ ਲੈਂਦੇ ਹਾਂ, ਬਟ ਸਾਕਾਰ ਕਰਨ ਲਈ ਇੱਕ ਰਸਤਾ ਜਿਹੜਾ ਹੈਗਾ ਉਹ ਵੀ ਫਿਰ ਆਪਣੇ ਆਪ ਬਣ ਜਾਂਦਾ ਹੈਗਾ। ਤੇ ਸਾਡੇ ਨਾ ਇੱਥੇ ਇੱਕ ਐਦਾਂ ਦਾ ਹੁੰਦਾ ਹੈ ਵਿਨਾਇਕ ਜੀ ਕਿ ਜਦੋਂ ਅਸੀਂ ਬਾਹਰ ਜਾਣ ਬਾਰੇ ਸੋਚਦੇ ਹਾਂ ਤਾਂ ਇੱਕ ਦਲਾਲੀ ਨਾਮ ਦਾ ਸ਼ਬਦ ਨਾ ਸਾਡੇ ਮਨ ਦੇ ਵਿੱਚ ਆ ਜਾਂਦਾ ਹੈ, ਜਿਸ ਨੂੰ ਅਸੀਂ ਬ੍ਰੋਕਰ ਕਹਿ ਦਿੰਦੇ ਹਾਂ ਕਿ ਪਹਿਲਾਂ ਉਹਨਾਂ ਨੂੰ ਅਲੱਗ ਤੋਂ ਪੇ ਕਰਦੇ ਹਾਂ, ਫਿਰ ਕਹਿੰਦੇ ਕਿ ਦੋਨੋਂ ਸਾਈਡ ਤੋਂ ਪੈਸੇ ਦੇਣੇ ਪੈਂਦੇ ਹੈਗੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ। ਇਸੇ ਚੀਜ਼ ਨੂੰ ਮੱਦੇਨਜ਼ਰ ਵਨ ਪਲੇਸ ਦਾ ਆਗਾਜ਼ ਹੋਇਆ ਸੀ। ਜੇ ਅਸੀਂ ਗੱਲ ਕਰੀਏ, ਵਨ ਪਲੇਸ ਕੈਨੇਡੀਅਨ ਕੰਪਨੀ ਹੈ, ਓਨਰਸ ਕੈਨੇਡੀਅਨ ਨੇ, ਉਹਨਾਂ ਨੇ ਉੱਥੇ ਪਹੁੰਚੇ ਹੋਏ ਸਟੂਡੈਂਟਸ ਦੀ ਇਹਨਾਂ ਦਿੱਕਤਾਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਵਨ ਪਲੇਸ ਦਾ ਆਗਾਜ਼ ਕੀਤਾ। ਔਰ ਵਨ ਪਲੇਸ ਇੱਕ ਬਹੁਤ ਹੀ ਪੁਰਾਣੀ ਕੈਨੇਡੀਅਨ ਕੰਪਨੀ ਦਾ ਪਾਰਟ ਹੈ ਔਰ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਸਟੂਡੈਂਟ ਨੇ ਵਨ ਪਲੇਸ ਨੂੰ ਕੋਈ ਵੀ ਪ੍ਰੋਸੈਸਿੰਗ ਚਾਰजेस, ਕੋਈ ਵੀ ਚਾਰजेस ਨਹੀਂ ਪੇ ਕਰਨੇ, ਕੋਈ ਕੰਸਲਟੇਸ਼ਨ ਫੀਸ ਨਹੀਂ ਹੈ, ਕੋਈ ਪ੍ਰੋਸੈਸਿੰਗ ਚਾਰजेस ਨਹੀਂ ਹੈ। ਸਟੂਡੈਂਟ ਬੇਸਿਕਲੀ ਜਿਹੜੇ ਏਜੰਟਸ, ਤੁਸੀਂ ਸਹੀ ਕਹਿ ਰਹੇ ਹੋ, 40-50 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਚਾਰਜ ਕਰੀ ਜਾਂਦੇ ਨੇ ਸਟੂਡੈਂਟਸ ਤੋਂ ਸਿਰਫ ਉਹਨਾਂ ਦੀ ਐਪਲੀਕੇਸ਼ਨ ਨੂੰ ਹੈਂਡਲ ਕਰਨ ਲਈ, ਔਰ ਫਿਰ ਵੀ ਉਹਨਾਂ ਨੂੰ ਓਨੈਸਟ ਗਾਈਡੈਂਸ ਨਹੀਂ ਮਿਲਦੀ। ਸੋ ਵਨ ਪਲੇਸ ਇਸ ਕੇਸ 'ਚ ਕੁਝ ਵੀ ਚਾਰਜ ਨਹੀਂ ਕਰਦਾ ਆਪਣੇ ਸਟੂਡੈਂਟਸ ਤੋਂ। ਸੋ ਬਿਲਕੁਲ ਬੇਫਿਕਰ ਹੋ ਕੇ ਸਟੂਡੈਂਟਸ ਸਾਡੇ ਨਾਲ ਜੁੜ ਸਕਦੇ ਨੇ। ਸਾਡੀ ਵੈਬਸਾਈਟ ਹੈ www.oneplace.ca, ਉਹਦੇ ਤੇ ਪਹੁੰਚ ਕੇ ਸਾਨੂੰ ਰੀਚ ਆਊਟ ਕਰ ਸਕਦੇ ਨੇ ਔਰ ਉਹਨਾਂ ਨੇ ਕੁਝ ਵੀ ਨਹੀਂ ਪੇ ਕਰਨਾ ਵਨ ਪਲੇਸ ਨੂੰ ਜੀ। ਸੋ ਮੈਂ ਕਹਿੰਦਾ ਕਾਫੀ ਚੈਲੰਜਿੰਗ ਕੰਮ ਹੈ ਜੀ ਤੁਹਾਡਾ। ਕਹਿੰਦੇ ਹੈਗੇ ਨੇ ਕਿ ਇੰਨਾ ਵੱਡਾ ਕੰਮ ਤੁਸੀਂ ਇੰਨੇ ਵੱਡੇ ਮੋਟਿਵ ਨਾਲ ਕਰ ਰਹੇ ਹੋ, ਸੋ ਇਟਸ ਆਲਮੋਸਟ ਚੈਲੰਜਿੰਗ ਹੈ। ਤੇ ਮੈਂ ਕਹਾਂ ਸਾਰਿਆਂ ਤੋਂ ਵੱਡਾ ਚੈਲੰਜ ਫਿਰ ਕਦੋਂ ਆਇਆ ਸੀਗਾ ਲਾਈਫ ਦੇ ਵਿੱਚ? ਸੀ ਚੈਲੰਜਿੰਗ ਉਦੋਂ ਹੋ ਜਾਂਦਾ ਹੈ ਜਦ ਕੋਵਿਡ ਦੀ ਮਹਾਮਾਰੀ ਆਈ ਇੰਡੀਆ 'ਚ ਔਰ ਸਾਰਾ ਟਰੈਵਲ ਬੰਦ ਹੋ ਗਿਆ। ਸਟੂਡੈਂਟਸ ਇੰਨੇ ਸਾਰੇ 2019 ਦੇ ਪਾਸ ਆਊਟ 2020 'ਚ ਜਾਣ ਲਈ ਤਿਆਰ ਸੀਗੇ ਜੀ। ਆਇਲਸ ਕਰ ਜੀ ਐਪਲੀਕੇਸ਼ਨਸ ਨਹੀਂ ਹੋ ਪਾਈਆਂ। ਫਿਰ 2020 ਦੇ ਜਿਹੜੇ ਪਾਸ ਆਊਟ ਹੋਏ ਸਟੂਡੈਂਟਸ ਮਾਰਚ ਅਪ੍ਰੈਲ ਵਿੱਚ, ਉਹ ਵੀ ਲਾਈਨ 'ਚ ਲੱਗ ਗਏ ਔਰ ਇੰਨਾ ਰਸ਼ ਹੋ ਚੁੱਕਾ ਹੈ ਇਸ ਟਾਈਮ 2019-2020 ਪਾਸ ਆਊਟਸ ਦਾ, ਔਰ 2021 ਚ ਨਵਾਂ ਬੈਚ ਪਾਸ ਆਊਟ ਹੋ ਗਿਆ। ਸੋ ਆਈ ਵੁੱਡ ਸੇ ਕਿ ਇਹੀ ਸਹੀ ਮੌਕਾ ਹੈ ਅਪਲਾਈ ਕਰਨ ਲਈ, ਬਿਕਾਜ਼ ਚੈਲੰਜਿੰਗ, ਬਿਲਕੁਲ ਸਹੀ ਆਖਿਆ ਤੁਸੀਂ, ਚੈਲੰਜਿੰਗ ਹੈ ਇਸ ਟਾਈਮ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਹੈ।
ਜੀ, ਜੇ ਆਪਾਂ ਗੱਲ ਕਰੀਏ ਉੱਥੇ ਦੀ ਇੰਸਟੀਟਿਊਸ਼ਨਸ ਵਿੱਚ ਸੀਟਸ ਲਿਮਿਟਡ ਹੈ ਜੀ, ਤੇ ਮੇਨ ਇਨਟੇਕ ਅਗਲਾ ਅਵੇਲੇਬਲ ਇਨਟੇਕ ਹੈ ਸਟੂਡੈਂਟਸ ਨੂੰ ਆਪਣਾ ਆਇਲਸ ਕੰਪਲੀਟ ਕਰਦਿਆਂ ਹੀ ਸਾਡੇ ਟੱਚ ਵਿੱਚ ਆਉਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਨੂੰ ਬੈਸਟ ਤੋਂ ਬੈਸਟ ਇੰਸਟੀਟਿਊਸ਼ਨਸ ਵਿੱਚ ਪਹੁੰਚਾ ਸਕੀਏ। ਜੀ, ਟੋਰਾਂਟੋ, ਵੈਨਕੂਵਰ ਏਦਾਂ ਦੇ ਵੱਡੇ ਸ਼ਹਿਰਾਂ 'ਚ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਜਲਦੀ ਸੀਟਸ ਉਹਨਾਂ ਦੀਆਂ ਫੁੱਲ ਹੋ ਜਾਂਦੀਆਂ ਨੇ। ਜੀ, ਔਰ ਜੇ ਮੈਂ ਰਿਕੁਆਇਰਮੈਂਟਸ ਦੀ ਗੱਲ ਕਰਾਂ ਤਾਂ ਆਇਲਸ ਵਿੱਚ ਸਟੂਡੈਂਟਸ ਨੂੰ 6.5 ਬੈਂਡ ਚਾਹੀਦੇ ਨੇ ਓਵਰਆਲ, ਕੋਈ ਬੈਂਡ 6 ਤੋਂ ਘੱਟ ਨਾ ਹੋਵੇ। ਹੂੰ, 50% ਤੋਂ ਉੱਪਰ 60% ਤੋਂ ਉੱਪਰ ਉਹਨਾਂ ਦੀ +2 ਜਾਂ ਗ੍ਰੈਜੂਏਸ਼ਨ 'ਚ ਨੰਬਰ ਹੋਣੇ ਚਾਹੀਦੇ ਨੇ। ਸੋ ਆਈਡੀਅਲੀ ਕਾਫੀ ਕੰਪੀਟੀਟਿਵ ਹੈ, ਸੋ ਚੈਲੰਜਿੰਗ ਸਾਡੇ ਲਈ ਤਾਂ ਹੈ ਹੀ ਸਟੂਡੈਂਟ ਨੂੰ ਸਹੀ ਜਗ੍ਹਾ ਪਹੁੰਚਾਉਣਾ, ਜੀ, ਸਟੂਡੈਂਟ ਲਈ ਆਪ ਲਈ ਵੀ ਬਹੁਤ ਚੈਲੰਜਿੰਗ ਹੈ ਕਿ ਉਹ ਸਹੀ ਟਾਈਮ ਤੇ ਅਪਲਾਈ ਕਰੇ ਕਿਉਂਕਿ 3 ਬੈਚਸ ਦੇ ਸਟੂਡੈਂਟ ਆਲਰੇਡੀ ਕਤਾਰ ਵਿੱਚ ਲੱਗੇ ਹੋਏ ਨੇ। ਜੀ। ਸੋ ਜੇਕਰ ਮੈਂ ਸਟੂਡੈਂਟਸ ਦੇ ਪੱਖੋਂ ਗੱਲ ਕਰਾਂ ਤਾਂ ਕੋਈ ਸਟੂਡੈਂਟਸ ਨੂੰ ਵੀ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਤਾਂ ਤੁਸੀਂ ਉਸ ਨੂੰ ਹੈਂਡਲ ਕਿਵੇਂ ਕਰਦੇ ਹੋ? ਕੋਈ ਪ੍ਰੋਸੀਜਰ ਹੈ ਤੁਹਾਡਾ? ਸਾਡੀ ਟੀਮ ਹੀ ਕੈਨੇਡਾ 'ਚ ਬੈਠੀ ਹੈ, ਸੋ ਆਈਡੀਅਲੀ ਜੇ ਕਿਸੇ ਸਟੂਡੈਂਟ ਨੂੰ ਉੱਥੇ ਪਹੁੰਚਣ ਤੋਂ ਬਾਅਦ ਕੋਈ ਇਸ਼ੂ ਆਉਂਦਾ ਹੈ ਤਾਂ ਜੀ, ਵੀ ਸਾਡੀ ਟੀਮ ਉਹਦੇ ਲਈ ਬਿਲਕੁਲ ਅਵੇਲੇਬਲ ਹੈ, ਉਹਨੂੰ ਟਰੈਵਲ ਜੀ, ਐਗਜ਼ਾਮਪਲ ਸਟੂਡੈਂਟ ਉੱਥੇ ਪਹੁੰਚ ਪਾਰਟ ਟਾਈਮ ਜੌਬ 'ਚ ਵੀ ਇਸ਼ੂ ਆ ਰਿਹਾ ਉਹਦੇ 'ਚ ਵੀ ਵਨ ਪਲੇਸ ਬਿਲਕੁਲ ਸਪੋਰਟ ਕਰਦਾ ਹੈ, ਜੀ, ਟੀਮ ਉਹਦੇ ਲਈ ਬਿਲਕੁਲ ਹੈਗੀ ਹੈ। ਸੋ ਸਭ ਤੋਂ ਵੱਡੀ ਗੱਲ ਮਨੀਸ਼ਾ ਇਹ ਦੇਖੋ ਤੁਸੀਂ ਕਿ ਰਾਉਂਡ ਦ ਕਲੌਕ ਕੰਮ ਚੱਲ ਰਿਹਾ ਹੈ। ਜੀ, ਇੰਡੀਆ ਟੀਮ ਆਪਣਾ ਕੰਮ ਕਰ ਰਹੀ ਹੈ, ਜਦ ਇੱਥੇ ਰਾਤ ਹੋ ਜਾਂਦੀ ਹੈ ਤਾਂ ਕੈਨੇਡਾ ਟੀਮ ਆਪਣਾ ਕੰਮ ਕਰਦੀ ਹੈ। ਸੋ ਸਟੂਡੈਂਟ ਲਈ ਰਾਉਂਡ ਦ ਕਲੌਕ ਕੰਮ ਚੱਲ ਰਿਹਾ, ਸਟੂਡੈਂਟ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਹ ਇੱਕ ਸਹੀ ਇੰਸਟੀਟਿਊਸ਼ਨ ਵਨ ਪਲੇਸ ਵਰਗੀ ਇੰਸਟੀਟਿਊਸ਼ਨ ਦੇ ਟੱਚ ਵਿੱਚ ਆਇਆ ਜਿੱਥੇ ਕਿ ਉਹਦੀ ਟ੍ਰਾਂਸਪੇਰੈਂਟਲੀ ਸਾਰੀ ਐਪਲੀਕੇਸ਼ਨ ਹੈਂਡਲ ਹੋਣੀ ਹੈ ਔਰ ਜੀ, ਵਿਦਆਊਟ ਐਨੀ ਡੀਲੇਜ਼, ਉਹਨੂੰ ਫੋਲੋ ਅਪ ਨਹੀਂ ਕਰਨਾ ਪਏਗਾ ਇੰਸਟੀਟਿਊਸ਼ਨ ਦੇ ਨਾਲ। ਵੀ ਆਰ ਫੋਲੋਇੰਗ ਅਪ ਵਿਦ ਦੀ ਇੰਸਟੀਟਿਊਸ਼ਨ ਔਨ देयर ਬਿਹਾਫ, ਅਸੀਂ ਉਹਨਾਂ ਦੀ ਸਾਰੀ ਐਪਲੀਕੇਸ਼ਨ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਰਹੇ ਹਾਂ ਔਰ ਉਹਨਾਂ ਨੂੰ ਸਪੋਰਟ ਵੀ ਕਰ ਰਹੇ ਹਾਂ ਇਨ ਐਵਰੀ ਵੇ ਪੋਸੀਬਲ। ਸਭ ਤੋਂ ਵੱਡੀ ਗੱਲ ਹੈ ਜਿਹੜੇ ਸਟੂਡੈਂਟ ਸਾਡੇ ਨਾਲ ਡਾਇਰੈਕਟਲੀ ਜੁੜਦੇ ਨੇ ਉਹਨਾਂ ਨੇ ਵੀਜ਼ਾ ਐਪਲੀਕੇਸ਼ਨ ਲਈ ਸਿਰਫ ਆਪਣੀ ਵੀਜ਼ਾ ਐਮਬੈਸੀ ਦੀ ਫੀਸ ਪੇ ਕਰਨੀ ਹੈ, ਉਹਦੇ ਲਈ ਵੀ ਕੋਈ ਚਾਰजेस ਨਹੀਂ। ਐਦਾਂ ਨਹੀਂ ਹੈ ਕਿ ਮੈਂ ਸਿਰਫ ਉਹਨਾਂ ਦੀ ਐਪਲੀਕੇਸ਼ਨ ਹੈਂਡਲ ਕਰ ਰਿਹਾ। ਜੀ, ਇੱਥੋਂ ਕੈਨੇਡਾ ਜਾਣ ਦੀ ਸੋਚ ਤੋਂ ਲੈ ਕੇ ਕੈਨੇਡਾ ਪਹੁੰਚਣ ਤੱਕ ਔਰ ਪੀਆਰ ਹੋਣ ਤੱਕ ਵਨ ਪਲੇਸ ਸਟੂਡੈਂਟ ਨੂੰ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਐਬਸੋਲੂਟਲੀ ਫ੍ਰੀ ਆਫ ਚਾਰਜ। ਜੀ। ਸੋ ਮੈਂ ਕਹਾਂ ਬਹੁਤ ਹੀ ਵਧੀਆ ਮੋਟਿਵ ਹੈ ਜੀ ਤੁਹਾਡਾ ਕਿ ਦੂਸਰਿਆਂ ਦੇ ਸੁਪਨਿਆਂ ਨੂੰ ਕਹਿੰਦੇ ਆ ਨਾ ਪੰਖ ਦੇ ਦੇਣਾ ਇੱਕ ਤਰ੍ਹਾਂ ਦੇ। ਸੋ ਬਹੁਤ ਹੀ ਵਧੀਆ ਮੋਟਿਵ ਹੈ ਜੀ ਤੁਹਾਡੀ ਆਰਗੇਨਾਈਜੇਸ਼ਨ ਦਾ ਤੇ ਤੁਹਾਡਾ। ਸੋ ਜੇ ਇੱਥੇ ਨੈਸ਼ਨੈਲਿਟੀ ਦੀ ਗੱਲ ਕਰੀਏ ਤਾਂ ਤੁਸੀਂ ਇੰਡੀਅਨ ਸਟੂਡੈਂਟਸ ਦੀ ਹੀ ਨਹੀਂ ਹੋਰ ਮੁਲਕ ਦੇ ਸਟੂਡੈਂਟਸ ਦੀ ਵੀ ਹੈਲਪ ਕਰਦੇ ਹੋ ਜਾਂ ਪਰਸਨ ਦੀ ਹੈਲਪ ਕਰਦੇ ਹੋ ਤੇ ਅਗਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਉੱਥੇ ਤਾਂ ਉਹ ਕਿਵੇਂ ਸੋਲਵ ਕਰਦੇ ਹੋ ਇੰਟਰਨੈਸ਼ਨਲੀ ਤੌਰ ਤੇ? ਇੰਟਰਨੈਸ਼ਨਲੀ ਜੇ ਮੈਂ ਗੱਲ ਕਰਾਂ ਕੈਨੇਡਾ ਦੀ, ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਹੈ ਮਨੀਸ਼ਾ। ਜੀ 70 ਤੋਂ ਜ਼ਿਆਦਾ ਦੇਸ਼ਾਂ ਦੇ ਬੱਚੇ ਸਕਸੈਸਫੁਲੀ ਪੜ੍ਹ ਰਹੇ ਨੇ ਕੈਨੇਡਾ 'ਚ ਔਰ ਜੇ ਅਸੀਂ ਹੋਰ ਨੈਸ਼ਨੈਲਿਟੀਜ਼ ਦੇ ਸਟੂਡੈਂਟਸ ਦੀ ਵੀ ਹੈਲਪ ਕਰ ਰਹੇ ਹਾਂ, ਫॉर ਐਗਜ਼ਾਮਪਲ ਸਾਊਥ ਈਸਟ ਏਸ਼ੀਆ ਤੋਂ ਹੋਰ ਕੰਟਰੀਜ਼ ਤੋਂ ਵੀ ਸਟੂਡੈਂਟਸ ਸਾਡੇ ਨਾਲ ਜੁੜ ਰਹੇ ਨੇ, ਅਫਰੀਕਾ ਤੋਂ ਵੀ ਜੁੜ ਰਹੇ ਨੇ ਜੀ ਤੇ ਉਹਨਾਂ ਦੀ ਵੀ ਇੰਡੀਅਨ ਸਟੂਡੈਂਟਸ ਦੇ ਵਾਂਗੂ ਹੀ ਹੈਲਪ ਕਰੀ ਜਾਂਦੀ ਸੀ। ਸਭ ਤੋਂ ਵੱਡੀ ਗੱਲ ਹੈ ਕਿ ਸਟੂਡੈਂਟ ਸਾਡੇ ਲਈ ਇੱਕ ਐਸੈਟ ਹੈ ਔਰ ਅਸੀਂ ਸਟੂਡੈਂਟ ਨੂੰ ਉਸ ਹਿਸਾਬ ਨਾਲ ਡੀਲ ਕਰੀਦਾ ਕਿ ਉਹ ਬੇਸਿਕਲੀ ਲੈਫਟ ਆਊਟ ਨਾ ਫੀਲ ਕਰੇ ਕਿਉਂਕਿ ਉਹਦੇ ਲਈ ਬਹੁਤ ਇੰਪੋਰਟੈਂਟ ਸਟੈਪ ਲਿਆ ਉਹਨੇ ਜਿਹੜਾ ਆਪਣਾ ਦੇਸ਼ ਛੱਡ ਕੇ, ਆਪਣਾ ਸ਼ਹਿਰ ਛੱਡ ਕੇ, ਆਪਣੇ ਮਾਪਿਓ ਪਿੱਛੇ ਛੱਡ ਕੇ ਉਹ ਕੈਨੇਡਾ ਪਹੁੰਚਿਆ ਹੈ ਤੇ ਉਹਨੂੰ ਬਿਲਕੁਲ ਵੀ ਲੈਫਟ ਆਊਟ ਫੀਲ ਨਹੀਂ ਹੋਣਾ ਚਾਹੀਦਾ। ਜੀ। ਸੋ ਇਹ ਵੀ ਜਿਹੜੀ ਇੱਕ ਬੜਾ ਹੀ ਪਲੱਸ ਪੁਆਇੰਟ ਹੈ ਤੁਹਾਡੀ ਆਰਗੇਨਾਈਜੇਸ਼ਨ ਦਾ ਕਿ ਨੈਸ਼ਨੈਲਿਟੀ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਇੱਥੇ, ਕੋਈ ਵੀ ਨੈਸ਼ਨੈਲਿਟੀ ਹੋਵੇ, ਚਾਹੇ ਇੰਡੀਅਨ, ਚਾਹੇ ਚਾਈਨੀਜ਼, ਚਾਹੇ ਜੈਪਨੀਜ਼। ਬਿਲਕੁਲ ਸਹੀ ਕਿਹਾ ਮਨੀਸ਼ਾ। ਜੀ। ਸੋ ਉਸੇ ਦੌਰਾਨ ਇੱਕ ਹੋਰ ਜਿਹੜਾ ਸਵਾਲ ਹੈ ਮੇਰੇ ਮਨ 'ਚ ਆਇਆ ਹੈ ਕਿ ਜਦੋਂ ਸਟੂਡੈਂਟਸ ਅਬਰੋਡ ਪਹੁੰਚ ਕੇ ਆਪਣੀ ਸਟੱਡੀ ਪੂਰੀ ਕਰ ਲੈਂਦੇ ਹੈ ਜਾਂ ਪੀਆਰ ਲਈ ਅਪਲਾਈ ਕਰਦੇ ਆ ਤਾਂ ਤੁਸੀਂ ਉਸ 'ਚ ਵੀ ਹੈਲਪ ਕਰਦੇ ਹੋ, ਸੋ ਉਹਦੇ ਬਾਰੇ ਵੀ ਜ਼ਰੂਰ ਸਾਂਝਾ ਕਰੋ ਕੁਝ। ਸੋ ਮਨੀਸ਼ਾ ਜਦ ਇੱਕ ਸਟੂਡੈਂਟ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਹੈ ਉਸ ਤੋਂ ਬਾਅਦ ਸਟੂਡੈਂਟ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਜੀ ਸੋ 2 ਜਾਂ 3 ਸਾਲ 4 ਸਾਲ ਦੀ ਡਿਗਰੀ ਕਰਨ ਤੋਂ ਬਾਅਦ, ਡਿਪਲੋਮਾ ਕਰਨ ਤੋਂ ਬਾਅਦ ਸਟੂਡੈਂਟ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਉੱਥੇ, ਜਿਹਨੂੰ ਆਪਾਂ ਸਟੇ ਬੈਕ ਵੀ ਕਹਿ ਦਈਦਾ ਬੱਚਿਆਂ ਦੀ ਸ਼ਬਦਾਂ 'ਚ ਜੇ ਮੈਂ ਗੱਲ ਕਰਾਂ। ਸੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਦੌਰਾਨ ਸਟੂਡੈਂਟ ਫੁੱਲ ਟਾਈਮ ਕੰਮ ਕਰ ਸਕਦਾ। ਪਾਰਟ ਟਾਈਮ ਤਾਂ ਸਟੂਡੈਂਟ ਕੰਮ ਕਰਦਾ ਹੀ ਹੈ, 20 ਘੰਟੇ ਕੈਨੇਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਦਿੱਤੇ ਹੋਏ ਹਰ ਹਫਤੇ ਕੰਮ ਕਰਨ ਲਈ ਇਨ ਕੈਨੇਡਾ ਵਾਈਲ ਦੇਅਰ ਅ ਸਟੂਡੈਂਟ। ਸਟੂਡੈਂਟ ਹੁੰਦੇ ਹੋਏ ਤਾਂ ਉਹ 20 ਘੰਟੇ ਕੰਮ ਕਰਦੇ ਆ ਹਫਤੇ ਦਾ। ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਪਹੁੰਚ ਜਾਂਦੇ ਨੇ ਤਾਂ ਪਾਰਟ ਟਾਈਮ ਤੋਂ ਫੁੱਲ ਟਾਈਮ ਜੌਬ 'ਚ ਕਨਵਰਟ ਹੋ ਜਾਂਦਾ ਉਹਨਾਂ ਦਾ ਵਰਕ ਪਰਮਿਟ ਔਰ ਉਹ 2 ਜਾਂ 3 ਸਾਲ ਕੰਮ ਕਰਨ ਤੋਂ ਬਾਅਦ ਉਹਨਾਂ ਦੇ ਪੀਆਰ ਜੋਗੇ ਪੁਆਇੰਟਸ ਜੁੜ ਜਾਂਦੇ ਨੇ ਕਿਉਂਕਿ ਉਹਨਾਂ ਦੇ ਪੜ੍ਹਾਈ ਦੇ ਪੁਆਇੰਟਸ, ਉਹਨਾਂ ਦੀ ਏਜ ਦੇ ਪੁਆਇੰਟਸ
ਉਹਨਾਂ ਦੇ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਔਰ ਉਹਨਾਂ ਦੇ ਆਇਲਸ ਦੇ ਪੁਆਇੰਟਸ, ਇਹ ਸਾਰੇ ਕੁੱਲ ਮਿਲਾ ਕੇ ਸਟੂਡੈਂਟ ਲਈ ਪੀਆਰ ਦੇ ਪੁਆਇੰਟਸ ਜੁੜ ਜਾਂਦੇ ਨੇ। ਸੋ ਪੀਆਰ ਦੀ ਇੱਕ ਐਪਲੀਕੇਸ਼ਨ ਕਰਨ ਲਈ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਕੈਨੇਡੀਅਨ ਹਾਈ ਕਮਿਸ਼ਨ ਦੇ ਮੂਹਰੇ ਅਸੀਂ ਅੱਗੇ ਆਉਂਦੇ ਹਾਂ, ਸਟੂਡੈਂਟ ਦੀ ਹੈਲਪ ਕਰਦੇ ਹਾਂ ਟੂ ਅਚੀਵ ਪੀਆਰ ਇਨ ਕੈਨੇਡਾ। ਸੋ ਆਈਡੀਅਲੀ ਉਹਦੇ ਲਈ ਇੱਕ ਵਨ ਸਟਾਪ ਸੋਲੂਸ਼ਨ ਹੀ ਹੋ ਗਿਆ ਵਨ ਪਲੇਸ, ਜਿੱਦਾਂ ਤੁਸੀਂ ਪਹਿਲਾਂ ਆਖਿਆ ਸੀ ਕਿ ਵਨ ਪਲੇਸ ਇੱਕ ਵਨ ਸਟਾਪ ਸੋਲੂਸ਼ਨ ਹੀ ਹੈ। ਤਾਂ ਇਹ ਸਾਰੇ ਪੁਆਇੰਟਸ ਜੁੜਨ ਤੋਂ ਬਾਅਦ ਜਦ ਉਹਨਾਂ ਨੇ 1.5-2 ਸਾਲ ਦਾ ਵਰਕ ਐਕਸਪੀਰੀਅੰਸ ਲੈ ਲਿਆ, ਉਹਨਾਂ ਦੀ ਪੀਆਰ ਜੋਗੇ ਪੁਆਇੰਟਸ ਪੂਰੇ ਹੋ ਗਏ, ਤਾਂ ਉਹਨਾਂ ਦੀ ਪੀਆਰ ਦੀ ਫਾਈਲ ਵੀ ਅਸੀਂ ਹੀ ਲੌਂਚ ਕਰਾਂਗੇ ਕੈਨੇਡੀਅਨ ਹਾਈ ਕਮਿਸ਼ਨ 'ਚ। ਉਹਦੇ ਲਈ ਵੀ ਦੇ ਡੂ ਨਾਟ ਨੀਡ ਟੂ ਵਰੀ। ਜੀ, ਸੋ ਇੱਥੇ ਜੇ ਤੁਸੀਂ ਇੱਕ ਟਰਾਂਸਪੇਰੈਂਸੀ ਦੀ ਗੱਲ ਕੀਤੀ ਸੀ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਨਾ ਕਿ ਸਾਡੀ ਜਦੋਂ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਮਿਸਗਾਈਡ ਕੀਤਾ ਜਾਂਦਾ ਹੈਗਾ ਕਿ ਅੱਛਾ ਤੁਹਾਨੂੰ ਇੰਨੇ ਪੈਸੇ ਦੇਣੇ ਪੈਣਗੇ ਤਾਂ ਜਿਹੜਾ ਹੈਗਾ ਤੁਹਾਡੀ ਐਪਲੀਕੇਸ਼ਨ ਦੁਬਾਰਾ ਤੋਂ ਅਸੀਂ ਕੰਸੀਡਰ ਕਰਾਂਗੇ। ਸੋ ਉਸ ਤਰ੍ਹਾਂ ਦਾ ਵੀ ਕੁਝ ਜੇਕਰ ਸੋਲੂਸ਼ਨ ਕਰਦੇ ਆ ਤਾਂ ਵਨ ਪਲੇਸ ਉੱਦਾਂ ਦਾ ਕਿਵੇਂ ਸੋਲੂਸ਼ਨ ਕਰਦੀ ਹੈ? ਜੇ ਆਪਾਂ ਰਿਫਿਊਜ਼ਲ, ਮੈਨੂੰ ਲੱਗਦਾ ਤੁਸੀਂ ਰਿਫਿਊਜ਼ਲ ਕੇਸਿਸ ਦੀ ਗੱਲ ਕਰ ਰਹੇ ਹੋ, ਜੀ ਰਾਈਟ? ਜੀ, ਸੋ ਜਨਰਲੀ ਸਟੂਡੈਂਟਸ ਦਾ ਰਿਫਿਊਜ਼ਲ ਸਟੂਡੈਂਟ ਕਰਕੇ ਨਹੀਂ ਹੋ ਰਿਹਾ, ਕਿਉਂਕਿ ਸਟੂਡੈਂਟ ਜਦ ਇੱਕ ਏਜੰਟ ਦੇ ਟੱਚ ਵਿੱਚ ਆਉਂਦਾ ਹੈ ਤਾਂ ਸਟੂਡੈਂਟ ਬੜੀ ਓਨੈਸਟਲੀ ਸਭ ਕੁਝ ਸ਼ੇਅਰ ਕਰ ਲੈਂਦਾ ਹੈ, ਆਪਣੀ ਪ੍ਰੋਫਾਈਲ ਬਾਰੇ, ਆਪਣਾ ਕੀ ਪੜ੍ਹਾਈ ਕੀਤੀ ਉਹਨੇ ਔਰ ਅੱਗੇ ਕੀ ਪੜ੍ਹਾਈ ਕਰਨਾ ਚਾਹੁੰਦਾ ਹੈ। ਹੁਣ ਸਟੂਡੈਂਟ ਨੂੰ ਨਹੀਂ ਪਤਾ ਕਿ ਉੱਥੇ ਕਿਹੜੇ ਕਾਲਜ ਜਾਂ ਕਿਹੜੀ ਯੂਨੀਵਰਸਿਟੀ ਵਿੱਚ ਕਿਹੜੇ ਪ੍ਰੋਗਰਾਮਸ ਅਵੇਲੇਬਲ ਨੇ, ਉਹਨੂੰ ਅੱਗੇ ਕੀ ਪੜ੍ਹਾਈ ਕਰਨੀ ਚਾਹੀਦੀ ਹੈ। ਇਹ ਰੈਲੇਵੈਂਸ ਬਾਰੇ ਗਾਈਡ ਕਰਨਾ ਏਜੰਟ ਦਾ ਹੀ ਕੰਮ ਹੈ। ਸੋ ਜਦ ਅਸੀਂ ਨਾਨ ਰੈਲੇਵੈਂਟ ਪ੍ਰੋਗਰਾਮ ਵਿੱਚ ਅਪਲਾਈ ਕਰ ਦਿੰਨੇ ਆ ਸਟੂਡੈਂਟ ਦੀ ਐਪਲੀਕੇਸ਼ਨ, ਤਾਂ ਡੈਫੀਨਿਟਲੀ ਰਿਫਿਊਜ਼ਲ ਆਣਾ ਹੀ ਹੈ, ਕਿਉਂਕਿ ਇੱਕ ਵੀਜ਼ਾ ਆਫਿਸਰ ਕੋਲ 120 ਸੈਕਿੰਡ ਹੁੰਦੇ ਇੱਕ ਫਾਈਲ ਨੂੰ ਅਸੈਸ ਕਰਨ ਲਈ, ਉਹਨਾਂ ਕੋਲ ਬਹੁਤ ਕੰਮ ਹੈ, ਵਰਕਲੋਡ ਬਹੁਤ ਜ਼ਿਆਦਾ ਹੈ। ਸੋ ਆਈਡੀਅਲੀ ਦੇ ਆਰ ਟੇਕਿੰਗ देयर ਟਾਈਮ ਆਊਟ। ਉਹ ਸਿਰਫ ਉਹ ਤੁਹਾਨੂੰ ਫਿਜ਼ੀਕਲੀ ਨਹੀਂ ਮਿਲ ਰਹੇ, ਉਹ ਨਹੀਂ ਜਾਣਦੇ ਕਿ ਸਟੂਡੈਂਟ ਕਿੰਨਾ ਬ੍ਰਿਲੀਅੰਟ ਹੈ, ਕਿੰਨਾ ਸ਼ਾਰਪ ਹੈ। ਉੱਥੇ ਤੁਹਾਡੇ ਡਾਕੂਮੈਂਟਸ ਹੀ ਗੱਲ ਕਰ ਰਹੇ ਆ ਤੁਹਾਡੇ ਲਈ ਕੈਨੇਡੀਅਨ ਹਾਈ ਕਮਿਸ਼ਨ ਕੋਲ ਜਾ ਕੇ। ਸੋ ਜੇ ਕੋਈ ਮਿਸ ਇੰਟਰਪ੍ਰੀਟੇਸ਼ਨ ਹੋਇਆ ਜਾਂ ਕੋਈ ਮਿਸ ਰਿਪਰੈਜ਼ੈਂਟੇਸ਼ਨ ਹੋਇਆ, ਏਜੰਟ ਦੇ ਐਂਡ ਤੋਂ ਕੋਈ ਗਲਤ ਚੀਜ਼ ਦਿਖਾਈ ਗਈ ਹੈ, ਰਿਪਰੈਜ਼ੈਂਟ ਠੀਕ ਤਰ੍ਹਾਂ ਨਹੀਂ ਕੀਤੀ ਗਈ, ਤਾਂ ਰਿਫਿਊਜ਼ਲ ਆਣਾ ਲਾਜ਼ਮੀ ਹੈ। ਸੋ ਉਹਨਾਂ ਰਿਫਿਊਜ਼ਲ ਕੇਸਿਸ ਵਿੱਚ ਵੀ ਅਸੀਂ ਸਟੂਡੈਂਟ ਨੂੰ ਹੈਲਪ ਕਰਦੇ ਹਾਂ ਟੂ ਬਿਲਡ देयर ਪ੍ਰੋਫਾਈਲ ਇਨ ਅ ਵੈਲ ਅਪਰੋਪਰੀਏਟ ਮੈਨਰ, ਤਾਂ ਕਿ ਸਟੂਡੈਂਟ ਦਾ ਹੁਣ ਜਿਹੜਾ ਸਟ੍ਰੈਸ ਉਹਨੂੰ ਗੋ ਥਰੂ ਕਰਨਾ ਪਿਆ ਪਹਿਲਾਂ, ਉਹ ਹੁਣ ਉਹਨੂੰ ਨਾ ਫੇਸ ਕਰਨਾ ਪਵੇ, ਤੇ ਅਸੀਂ ਉਹਨੂੰ ਓਨੈਸਟ ਗਾਈਡੈਂਸ ਕਰੀਏ ਔਰ ਟਰਾਂਸਪੇਰੈਂਟਲੀ ਉਹਨੂੰ ਸਾਰੀ ਚੀਜ਼ ਦਾ ਨੌਲੇਜ ਹੋਣੀ ਚਾਹੀਦੀ ਹੈ ਕਿ ਉਹਦੀ ਐਪਲੀਕੇਸ਼ਨ ਕਿਹੜੇ ਪ੍ਰੋਵਿੰਸ ਵਿੱਚ ਲੱਗ ਰਹੀ ਹੈ, ਕਿਹੜੀ ਜਗ੍ਹਾ ਜਾ ਰਿਹਾ, ਉਹ ਕਿਹੜੇ ਕਾਲਜ ਵਿੱਚ ਜਾ ਰਿਹਾ, ਕਿਹੜੇ ਪ੍ਰੋਗਰਾਮ 'ਚ ਜਾ ਰਿਹਾ, ਔਰ ਉਹੀ ਚੀਜ਼ ਉਹਦੀ ਐਪਲੀਕੇਸ਼ਨ 'ਚ ਵੀ ਕੋਰਸਪੋਂਡਿੰਗਲੀ ਰਿਪਰੈਜ਼ੈਂਟ ਹੋਵੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਵੀ। ਜੀ, ਸੋ ਉਸੇ ਦੌਰਾਨ ਤੁਸੀਂ ਟੀਮ ਦੀ ਗੱਲ ਕੀਤੀ ਹੈ ਤਾਂ ਥੋੜਾ ਆਪਣੀ ਟੀਮ ਬਾਰੇ ਵੀ ਜ਼ਰੂਰ ਦੱਸੋ। ਸੋ ਸਾਡੀ ਇੰਡੀਆ 'ਚ ਐਡਮਿਸ਼ਨਸ ਟੀਮ ਵੀ ਹੈ, ਵੀ ਹੈਵ ਸਮ੍ਰਿਤਿਕਾ ਇਨ ਆਰ ਐਡਮਿਸ਼ਨਸ ਟੀਮ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਮੈਨੇਜਰਸ ਨੇ ਸਾਡੀ ਟੀਮ ਵਿੱਚ, ਜਿਨ੍ਹਾਂ ਨੂੰ ਹੈਡ ਫਲਕ ਕਰ ਰਹੇ ਨੇ। ਸੋ ਵੀ ਹੈਵ ਅ ਨੰਬਰ ਆਫ ਪੀਪਲ ਹੂ ਆਰ ਡੂਇੰਗ देयर ओन ਟਾਸਕ ਫਰਮ ਇੰਡੀਆ, ਔਰ ਇਦਾਂ ਹੀ ਕੈਨੇਡਾ ਵਿੱਚ ਟੀਮ ਹੈ ਜੋ ਕਿ ਆਪਣੇ ਟਾਸਕ ਸਾਰੇ ਪੂਰੇ ਕਰਦੇ ਨੇ। ਸੋ ਜੇ ਤੁਸੀਂ ਸਾਨੂੰ ਰੀਚ ਆਊਟ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਇੱਕ ਬੈਸਟ ਮੀਡੀਅਮ ਹੈ, www.oneplace.ca। ਤੁਸੀਂ ਵੈਬਸਾਈਟ ਤੇ ਪਹੁੰਚ ਕੇ ਰਜਿਸਟਰ ਕਰ ਸਕਦੇ ਹੋ, ਜਾਂ ਤੁਸੀਂ ਸਾਡੀ ਟੀਮ ਨੂੰ ਕਾਲ ਵੀ ਕਰ ਸਕਦੇ ਹੋ 6280-430-544 ਤੇ। I'll repeat the number 6280-430-544। ਜੀ, ਸੋ ਮੈਂ ਕਹਾਂ ਕਿ ਜੀ ਬਿਲਕੁਲ ਅਸੀਂ ਅਕਸਰ ਕਹਿ ਦਿੰਦੇ ਹਾਂ ਨਾ ਕਿ ਟੀਮ ਜਿਹੜੀ ਹੈਗੀ ਸਾਡੇ ਅੰਡਰ ਕੰਮ ਕਰ ਰਹੀ ਹੈ। ਸੋ ਕਦੇ ਨਾ ਕਦੇ ਜੇ ਮੇਰਾ ਇੱਕ ਇਹ ਸਵਾਲ ਹੈ ਕਿ ਤੁਸੀਂ ਉਹਨਾਂ ਨੂੰ ਮੋਟੀਵੇਟ ਕਿੱਦਾਂ ਕਰਦੇ ਹੋ? ਅਸੀਂ ਐਕਚੁਅਲੀ ਵੀ ਵਰ ਹੈਵਿੰਗ ਅ ਮੀਟਿੰਗ ਯੈਸਟਰਡੇ, ਕੱਲ ਹੀ ਸਾਡੀ ਟੀਮ ਦੀ ਮੀਟਿੰਗ ਹੋਈ ਸੀ, ਕਿਉਂਕਿ ਕਰੰਟ ਸਿਨੈਰੀਓ 'ਚ ਵਰਕ ਫਰਮ ਹੋਮ ਹੀ ਚੱਲ ਰਿਹਾ ਹੈ। ਸੋ ਕੱਲ ਜਦ ਅਸੀਂ ਮਿਲੇ ਤਾਂ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਟੀਮ ਸਾਡੀ ਨਾਲ ਕੰਮ ਕਰਦੀ ਹੈ ਇੱਕ ਦੂਜੇ ਦੇ। ਅਸੀਂ ਬਿਲਕੁਲ ਵੀ ਕੋਈ ਟੀਮ ਲੀਡ ਨਹੀਂ ਕਰ ਰਿਹਾ, ਕੋਈ ਕੁਝ ਨਹੀਂ, ਏਦਾਂ ਦਾ ਬਿਲਕੁਲ ਮਾਹੌਲ ਨਹੀਂ ਹੈ, ਕਿਉਂਕਿ ਅਸੀਂ ਇੱਕ ਬਹੁਤ ਰਿਸਪੌਂਸਿਬਲ ਕੰਮ ਕਰ ਰਹੇ ਹਾਂ ਜਿਹੜਾ ਕਿ ਸਟੂਡੈਂਟਸ ਦੇ ਫਿਊਚਰ ਨੂੰ ਹੈਂਡਲ ਕਰਨਾ ਹੈ। ਸੋ ਜਿਹਨੂੰ ਜਿੱਥੇ ਇਨੀਸ਼ੀਏਟਿਵ ਦਿਖਦਾ ਹੈ ਉਹ ਉੱਥੇ ਆਪਣਾ ਕੰਮ ਕਰੀ ਜਾ ਰਿਹਾ ਚੰਗੀ ਤਰ੍ਹਾਂ। ਸਾਰਿਆਂ ਨੂੰ ਆਪਣੇ ਰੋਲ ਪਤਾ ਨੇ, ਰੋਲ ਡਿਫਾਈਨਡ ਨੇ, ਔਰ ਇਸ ਤੋਂ ਇਲਾਵਾ ਕਿ ਅਸੀਂ ਵੀ ਕੀਪ ਇਨੋਵੇਟਿੰਗ। ਅਸੀਂ ਹਰ ਟਾਈਮ ਸੋਚਦੇ ਰਹਿੰਦੇ ਹਾਂ ਕਿ ਅਸੀਂ ਕਿੱਦਾਂ ਇੱਕ ਸਟੂਡੈਂਟ ਦੀ ਜਰਨੀ ਨੂੰ ਹੋਰ ਸਿੰਪਲ ਬਣਾ ਸਕਦੇ ਹਾਂ, ਤੇ ਉਹਦੇ ਲਈ ਸਾਰੀ ਟੀਮ ਰਲ ਕੇ ਮਿਲ ਕੇ ਨਾਲ ਕੰਮ ਕਰਦੀ ਹੈ। I do not consider myself a team lead, but I just consider myself as a part of the team, and we're all working to achieve that common goal. ਸਭ
ਇੱਕ ਕਾਮਨ ਗੋਲ ਇਹੀ ਹੈ ਕਿ ਇੱਕ ਸਟੂਡੈਂਟ ਦੀ ਜਿਹੜੀ ਜਰਨੀ ਹੈ ਕੈਨੇਡਾ ਪਹੁੰਚਣ ਵਾਲੀ ਉਹ ਸਮੂਥ ਰਹਿ ਸਕੇ, ਤਾਂ ਕਿ ਸਟੂਡੈਂਟ ਨੂੰ ਬਿਲਕੁਲ ਵੀ ਘਰੋਂ ਦੂਰ ਨਾ ਫੀਲ ਹੋਵੇ। ਇਟ ਸ਼ੁੱਡ ਬੀ ਅ ਹੋਮ ਅਵੇ ਫਰਮ ਹੋਮ। ਕੈਨੇਡਾ ਇਜ਼ ਅ ਹੋਮ ਅਵੇ ਫਰਮ ਹੋਮ। ਸੋ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਨੇ, ਆਈ ਵੁੱਡ ਅਪੀਲ ਟੂ them, ਜੇ ਤੁਸੀਂ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਤਾਂ ਬਿਲਕੁਲ ਕੋਈ ਦੋ ਰਾਏ ਨਾ ਰੱਖੋ ਆਪਣੇ ਦਿਮਾਗ 'ਚ। ਇਟ ਇਜ਼ ਜਸਟ ਲਾਈਕ ਇੰਡੀਆ, ਇਟ ਇਜ਼ ਜਸਟ ਲਾਈਕ ਯੋਰ ਓਨ ਸਿਟੀ। ਸੋ ਤੁਸੀਂ ਬਿਲਕੁਲ ਬੇਝਿਜਕ ਅਪਲਾਈ ਕਰ ਸਕਦੇ ਹੋ। ਯੂ ਜਸਟ ਨੀਡ ਅ ਰਿਕੁਆਇਰਡ ਸਕਿੱਲ ਸੈਟ। ਸਾਡੀ ਟੀਮ ਨਾਲ ਇਨ ਟੱਚ ਆਓ ਔਰ ਅਸੀਂ ਤੁਹਾਨੂੰ ਗਾਈਡ ਕਰਾਂਗੇ। ਜੀ, ਸੋ ਆਈ ਹੋਪ ਸਰੋਤਿਆਂ ਨੂੰ ਜਿਹੜਾ ਹੈਗਾ ਇਹ ਮੈਸੇਜ ਜ਼ਰੂਰ ਮਿਲ ਗਿਆ ਹੋਣਾ, ਤੇ ਜ਼ਰੂਰ ਜੀ ਜ਼ਰੂਰ ਵਨ ਪਲੇਸ ਜਿਹੜੀ ਹੈਗੀ ਹੈ ਮੈਂ ਤਾਂ ਕਹਾਂਗੀ ਹੋਰ ਵੀ ਤਰੱਕੀਆਂ ਕਰੇ। ਸੋ Thank you, Manisha. ਜੀ ਸੋ ਮੈਂ ਅਗਰ ਇੱਕ ਪਰਸਨਲ ਲਾਈਫ ਬਾਰੇ ਵੀ ਪੁੱਛਾਂ ਤਾਂ ਗੀਤ ਸੰਗੀਤ ਸੁਣਨ ਦਾ ਵੀ ਰੱਖਦੇ ਹੋ ਥੋੜਾ ਬਹੁਤ? ਬਿਲਕੁਲ, ਮੈਨੂੰ ਮਿਊਜ਼ਿਕ ਬਹੁਤ ਪਸੰਦ ਹੈ ਮਨੀਸ਼ਾ, ਥੈਂਕ ਯੂ ਸੋ ਮਚ ਯੂ ਆਸਕਡ। ਜੀ ਸੋ ਮੈਂ ਚੰਡੀਗੜ੍ਹ ਰਹਿਣਾ, ਸਾਰਿਆਂ ਨੂੰ ਜੇ ਦੱਸਾਂ ਤਾਂ ਆਈ ਰੀਲੀ ਲਾਈਕ ਗੋਇੰਗ ਟੂ ਸੁਖਨਾ ਲੇਕ। ਜੀ ਸਵੇਰੇ ਸੁਖਨਾ ਲੇਕ ਜਾਈਦਾ ਰਨਿੰਗ ਕਰਨ, ਔਰ ਮਿਊਜ਼ਿਕ ਤਾਂ ਮੇਰੀ ਲਾਈਫ ਦਾ ਬੜਾ ਹੀ ਇੰਟੀਗਰਲ ਪਾਰਟ ਹੈ ਜੀ। ਜੀ, ਸੋ ਮੈਂ ਕਹਾਂ ਗੀਤ ਬਹਾਰ ਸਾਡਾ ਪ੍ਰੋਗਰਾਮ ਹੈ ਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਇੱਕ ਮੈਸੇਜ ਜ਼ਰੂਰ ਦੇ ਕੇ ਜਾਓ ਜੀ। ਮੈਂ ਸਾਰੇ ਸਰੋਤਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਜੀ ਕਿ ਬਿਲੀਵ ਇਨ yourself. I ਜੀ would always recommend everyone, not just students, but everybody listening to us today, that have faith in yourself. Self-belief is the biggest belief. ਜੀ, So ਆਪਣੇ ਤੇ ਵਿਸ਼ਵਾਸ ਰੱਖੋ and everything is possible. ਕੀ All ਬਾਤ the ਹੈ। best everyone. ਸੋ ਮੈਂ ਜਿਹੜਾ ਹੈਗਾ ਜ਼ਰੂਰ ਇਸ ਤੇ ਮੈਂ ਵੀ ਅਮਲ ਜ਼ਰੂਰ ਕਰਾਂਗੀ, ਬਿਲੀਵ ਇਨ yourself, ਕਿਉਂਕਿ ਅਕਸਰ ਨਾ ਅਸੀਂ ਕਹਿੰਦੇ ਹੁੰਦੇ ਆ ਕਈ ਵਾਰੀ ਲਾਈਫ 'ਚ ਭਟਕ ਜਾਂਦੇ ਆ ਬਹੁਤ ਸਾਰੀ ਜਗ੍ਹਾਵਾਂ ਤੋਂ। ਬਿਲਕੁਲ ਜੀ, ਹੋਰਾਂ ਤੇ ਭਰੋਸਾ ਰੱਖਦੇ ਰੱਖਦੇ ਅਸੀਂ ਆਪਣੇ ਆਪ ਤੇ ਭਰੋਸਾ ਰੱਖਣਾ ਭੁੱਲ ਜਾਂਦੇ ਹਾਂ। ਸੋ ਬਿਲਕੁਲ ਹੈਵ ਫੇਥ ਇਨ yourself and self belief ਬਹੁਤ ਜ਼ਰੂਰੀ ਹੈ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਵਕਤ ਦਿੱਤਾ ਇੰਨਾ ਕੀਮਤੀ, ਸਾਨੂੰ ਬਹੁਤ ਬਹੁਤ ਧੰਨਵਾਦ।